प्यारे बच्चों, अज आपां अपना मिशन NTSC 2020 ਲਈ सोशल साइंसिस ਵਿੱਚੋਂ बेटा जो आप 9th चैप्टर ਵਿੱਚ पढ़ के आए सी फ्रांस ਦੀ क्रांति, इस बारे कुछ महत्वपूर्ण टॉपिक्स पढ़ांगे ਤਾਂ ਜੋ ਆਪਾਂ NTSC एग्जाम ਵਿੱਚ ਆਉਣ ਵਾਲੇ ਇਹਨਾਂ ਪ੍ਰਸ਼ਨ ਨੂੰ ਸੋਲਵ ਕਰ ਸਕੀਏ। ਸੋ ਆਓ ਆਪਾਂ ਦੇਖਦੇ ਹਾਂ ਫ੍ਰੈਂਚ ਰੈਵੋਲੂਸ਼ਨ, ਆਪਾਂ ਇਸ ਦੀ ਰਿਵੀਜ਼ਨ ਕਰਦੇ ਹਾਂ, ਥੋੜੀ ਇਹਦੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਸੋ ਬੇਟਾ ਤੁਸੀਂ ਅਮਰੀਕਾ ਦੇ ਫੇਮਸ ਜਿਹੜੇ ਪ੍ਰੈਜ਼ੀਡੈਂਟ ਹੋਏ ਨੇ ਅਬਰਾਹਮ ਲਿੰਕਨ, ਉਹਨਾਂ ਦੀ ਇਹ ਇੱਕ ਕੋਟ ਸੀ, ਡੈਮੋਕ੍ਰੇਸੀ ਇਜ਼ ਅ ਗਵਰਨਮੈਂਟ ਆਫ ਦਾ ਪੀਪਲ ਬਾਏ ਦਾ ਪੀਪਲ ਫॉर ਦਾ ਪੀਪਲਸ। ਲੋਕਾਂ ਦੀ, ਲੋਕਾਂ ਲਈ, ਲੋਕਾਂ ਦੁਆਰਾ ਸਰਕਾਰ, ਭਾਵ ਲੋਕਤੰਤਰ ਜੋ ਸਾਡੇ ਅੱਜ ਸਮਾਜ ਦੇ ਵਿੱਚ ਮੌਜੂਦ ਹੈ। ਪਰ ਕੀ ਤੁਹਾਨੂੰ ਪਤਾ ਹੈ ਵੀ ਇਹ ਲੋਕਤੰਤਰ ਕਿੱਥੋਂ ਆਇਆ, ਕਿਵੇਂ ਆਇਆ? ਇਸ ਲੋਕਤੰਤਰ ਤੋਂ ਪਹਿਲਾਂ ਇਸ ਦੁਨੀਆ ਦੇ ਵਿੱਚ ਕੀ ਹੁੰਦਾ ਸੀ? ਹਾਂਜੀ ਬੇਟਾ, ਇਸ ਲੋਕਤੰਤਰ ਤੋਂ ਪਹਿਲਾਂ ਫਰਾਂਸੀਸੀ ਕ੍ਰਾਂਤੀ ਦੇ ਸਮੇਂ ਤੋਂ ਪਹਿਲਾਂ ਦੁਨੀਆ ਦੇ ਵਿੱਚ ਲੋਕਤੰਤਰ ਮੌਜੂਦ ਹੀ ਨਹੀਂ ਸੀ। ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਸੰਸਾਰ ਦੇ ਵਿੱਚ ਲੋਕਤੰਤਰ ਹੈ ਹੀ ਨਹੀਂ ਸੀ। ਤਾਂ ਫਿਰ ਕੀ ਸੀ? ਦੇਸ਼ਾਂ ਦਾ ਸ਼ਾਸਨ ਰਾਜਿਆਂ ਜਾਂ ਬਾਦਸ਼ਾਹਾਂ ਵੱਲੋਂ ਚਲਾਇਆ। ਆਪਾਂ ਦੇਖਦੇ ਹਾਂ ਨਾ, ਪੁਰਾਣੀ ਹਿਸਟਰੀ ਬਾਰੇ ਗੱਲ ਕਰਦੇ ਹਾਂ ਤਾਂ ਰਾਜਿਆਂ ਦੀ ਗੱਲ ਹੁੰਦੀ ਹੈ, ਬਾਦਸ਼ਾਹਾਂ ਦੀ ਗੱਲ ਹੁੰਦੀ ਹੈ, ਨਵਾਬਾਂ ਦੀ ਗੱਲ ਹੁੰਦੀ ਹੈ। ਸੋ ਜਿਹੜੇ ਦੇਸ਼ਾਂ ਦਾ ਸ਼ਾਸਨ ਸੀ, ਰਾਜਾਂ ਦਾ ਸ਼ਾਸਨ ਸੀ, ਉਹ ਰਾਜਿਆਂ ਜਾਂ ਬਾਦਸ਼ਾਹਾਂ ਦੁਆਰਾ ਚਲਾਇਆ ਜਾਂਦਾ ਸੀ, ਜੋ ਆਪਣੀ ਇੱਛਾ ਅਨੁਸਾਰ ਕਾਨੂੰਨ ਨੂੰ ਬਣਾਉਂਦੇ ਸੀ। ਜਿਹੜੀ ਗੱਲ ਉਹ ਆਪ ਕਹਿ ਦਿੰਦੇ ਉਹੀ ਕਾਨੂੰਨ ਬਣ ਜਾਂਦੀ ਸੀ। ਆਪਦੀ ਮਰਜ਼ੀ ਨਾਲ ਕਾਨੂੰਨ ਨੂੰ ਉਲੀਕਦੇ ਸੀ, ਉਹਨਾਂ ਨੂੰ ਲਿਖਦੇ ਸੀ। ਸੋ ਸਮਾਜ ਵਿੱਚ ਉੱਚ ਅਤੇ ਨਿਮਨ ਦੋ ਵਰਗ ਹੁੰਦੇ ਸੀ, ਬਸ ਦੋ ਵਰਗ। ਇੱਕ ਉੱਚੇ ਕੌਣ? ਰਾਜਾ ਜਾਂ ਰਾਜੇ ਦੇ ਮੰਤਰੀ ਜਾਂ ਉਹਦੇ ਨਾਲ ਕੰਮ ਕਰਨ ਵਾਲੇ ਉਹ। ਬਾਕੀ ਆਮ ਜਨਤਾ ਨਿਮਨ ਵਰਗ ਦੇ ਵਿੱਚ ਆਉਂਦੀ ਸੀ। ਸੋ ਸਮਾਜ ਦੋ ਵਰਗਾਂ ਵਿੱਚ ਵੰਡਿਆ ਸੀ, ਉੱਚਾ ਅਤੇ ਨੀਵਾਂ। ਹਰੇਕ ਵਰਗ ਦੇ ਆਪਣੇ ਆਪ ਹੀ ਵਿਸ਼ੇਸ਼ ਅਧਿਕਾਰ ਅਤੇ ਕਰਤੱਵ ਹੁੰਦੇ ਸੀ। ਹੁਣ ਜੇ ਆਪਾਂ ਅਧਿਕਾਰਾਂ ਦੀ ਗੱਲ ਕਰੀਏ, ਅਧਿਕਾਰ ਕਿਹਨਾਂ ਕੋਲੇ ਹੋਣਗੇ? ਇਕੱਲੇ ਉੱਚ ਵਰਗ ਕੋਲੇ ਹੀ ਹੋਣਗੇ ਅਧਿਕਾਰ। ਅਧਿਕਾਰ ਜ਼ਿਆਦਾਤਰ ਕਿਹਦੇ ਕੋਲੇ ਸੀ ਬੇਟਾ? ਉੱਚ ਵਰਗ ਕੋਲੇ ਹੁੰਦੇ ਸੀ। ਕਰਤੱਵ, ਡਿਊਟੀਜ਼ ਵਗੈਰਾ ਕਿਹਨੂੰ ਨਿਭਾਉਣੀਆਂ ਪੈਂਦੀਆਂ ਸੀ? ਨਿਮਨ ਵਰਗ ਨੂੰ ਨਿਭਾਉਂਦੀਆਂ ਸੀ। ਗਰੀਬ ਬੰਦਿਆਂ ਨੂੰ, ਆਮ ਜਨਤਾ ਨੂੰ ਡਿਊਟੀਜ਼ ਆਪਣੇ ਕੰਮ ਕਰਨੇ ਪੈਂਦੇ ਸੀ। ਸੋ ਇਸ ਤਰ੍ਹਾਂ ਉੱਚ ਅਤੇ ਨਿਮਨ ਦੋ ਵਰਗ ਬਣੇ ਹੁੰਦੇ ਸੀ। ਨਿਮਨ ਵਰਗ ਦੀ ਹਾਲਾਤ ਬੇਟਾ ਬਹੁਤ ਤਰਸਯੋਗ ਸੀ, ਕਿਉਂਕਿ ਉਹਨਾਂ ਦੇ ਸ਼ਾਸਨ ਕਿਹਨਾਂ ਦਾ ਹੁੰਦਾ ਸੀ? ਉੱਚ ਵਰਗ ਦਾ ਹੁੰਦਾ ਸੀ। ਇਹ ਸਥਿਤੀ ਸੀ ਫਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ, ਲੋਕਤੰਤਰ ਤੋਂ ਪਹਿਲਾਂ ਇਹ ਸਥਿਤੀ ਸਮਾਜ ਦੀ, ਸਾਡੀ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਇਹ ਸਥਿਤੀ ਚੱਲ ਰਹੀ ਸੀ। ਫਿਰ ਕਿਵੇਂ ਇਹ ਸਥਿਤੀ ਤਬਦੀਲ ਹੋਈ? ਕਿਵੇਂ ਲੋਕਾਂ ਨੇ ਕ੍ਰਾਂਤੀਆਂ ਰਾਹੀਂ ਤਾਂ ਆਪਣੀ ਇਹ ਅੱਜ ਦੀ ਮੌਜੂਦਾ ਸਥਿਤੀ ਪ੍ਰਾਪਤ ਕੀਤੀ? ਸੋ ਇਸ ਪਾਠ ਦੇ ਵਿੱਚ ਅਸੀਂ ਪੜ੍ਹਾਂਗੇ ਵੀ ਕਿਵੇਂ ਲੋਕਾਂ ਨੇ ਲੋਕਤੰਤਰਿਕ ਰਾਜਨੀਤਿਕ ਵਿਵਸਥਾ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਕਰਕੇ ਸਮਾਜਿਕ ਸਮਾਨਤਾ, ਦੇਖੋ ਸਮਾਜ ਦੇ ਵਿੱਚ ਇੱਕ ਸੁਰਤਾ, ਇੱਕ ਬਰਾਬਰਤਾ ਕਿਵੇਂ ਪ੍ਰਾਪਤ ਕੀਤੀ, ਉਹ ਆਪਾਂ ਹੁਣ ਇਸ ਦੇ ਵਿੱਚ ਰਿਵਾਈਜ਼ ਕਰਾਂਗੇ ਤੇ ਪੜ੍ਹਾਂਗੇ। ਸੋ ਫਰਾਂਸੀਸੀ ਕ੍ਰਾਂਤੀ ਵਿਸ਼ਵ ਇਤਿਹਾਸ ਦੀ ਇੱਕ ਮਹਾਨ ਘਟਨਾ ਹੈ ਬੇਟਾ। ਵਰਲਡ ਦੇ ਵਿੱਚ ਇਹ ਇੱਕ ਟਰਨਿੰਗ ਹੈ ਨਾ, ਜਿਹਨੂੰ ਟਰਨਿੰਗ ਪੁਆਇੰਟ ਸੀ, ਜਿਹਨੇ ਵਿਸ਼ਵ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਆਉਣ ਵਾਲੇ ਦੇਸ਼ਾਂ ਦੀ ਹੈ ਨਾ ਸ਼ਕਲ, ਆਉਣ ਵਾਲੇ ਦੇਸ਼ਾਂ ਦੀ ਰੂਪ ਰੇਖਾ ਇਸਨੇ ਬਦਲ ਕੇ ਰੱਖ ਦਿੱਤੀ। ਇਸਨੇ ਵਿਸ਼ਵ ਇਤਿਹਾਸ ਦੇ ਬਹੁਤ ਹੀ ਡੂੰਘਾ ਪ੍ਰਭਾਵ ਪਾਇਆ ਬੇਟਾ। 18ਵੀਂ ਸਦੀ ਦੇ ਵਿੱਚ ਜਿਹੜੀ ਇਹ ਫਰਾਂਸੀਸੀ ਕ੍ਰਾਂਤੀ ਹੋਈ ਹੈ, ਇਸ ਨੇ ਵਰਲਡ ਨੂੰ ਇੱਕ ਨਵੀਂ ਦਿਸ਼ਾ ਦੇ ਵਿੱਚ ਲੈ ਗਈ। ਵਰਲਡ ਦੇ ਲੋਕਾਂ ਦੀ ਵਿਚਾਰਧਾਰਾ ਨੂੰ ਇੱਕ ਨਵੀਂ ਦਿਸ਼ਾ ਦੇ ਵਿੱਚ ਲੈ ਗਈ। ਉਹ ਕਿਸ ਤਰ੍ਹਾਂ ਲੈ ਗਈ? ਦੇਖੋ, ਇਸ ਨੇ ਮਨੁੱਖਤਾ ਨੂੰ 3 ਨਵੇਂ ਵਿਚਾਰ ਦਿੱਤੇ। ਦੇਖੋ, 3 ਨਵੇਂ ਵਿਚਾਰ, ਨਵੀਆਂ ਭਾਵਨਾਵਾਂ। ਸੁਤੰਤਰਤਾ, ਆਜ਼ਾਦੀ, ਗੁਲਾਮੀ ਨਾਮ ਦੀ ਕੋਈ ਚੀਜ਼ ਹੀ ਨਹੀਂ। ਮਨੁੱਖ ਸੁਤੰਤਰ ਪੈਦਾ ਹੋਇਆ ਹੈ, ਕੁਦਰਤ ਦੇ ਵਿੱਚ ਪੈਦਾ ਹੋਇਆ, ਆਜ਼ਾਦ ਪੈਦਾ ਹੋਇਆ, ਤਾਂ ਉਹਨੇ ਆਜ਼ਾਦ ਰਹਿਣਾ ਹੈ। ਸੋ ਇਹ ਸਾਨੂੰ ਸਭ ਤੋਂ ਪਹਿਲਾਂ ਕਿੱਥੋਂ ਮਿਲਿਆ? ਫਰਾਂਸ ਦੀ ਕ੍ਰਾਂਤੀ ਤੋਂ ਪ੍ਰਾਪਤ ਮਿਲਿਆ। ਤੁਸੀਂ ਯਾਦ ਰੱਖਣਾ, ਫਰਾਂਸ ਦੀ ਕ੍ਰਾਂਤੀ ਤੋਂ 3 ਕਿਹੜੇ ਸ਼ਬਦ, ਕਿਹੜੀਆਂ ਵਿਚਾਰਧਾਵਾਂ ਸਾਨੂੰ ਮਿਲੀਆਂ? ਸਿਰਫ ਸ਼ਬਦ ਨਹੀਂ ਹੈਗੇ, ਵਿਚਾਰਧਾਰਾ ਨੇ, ਹੈ ਨਾ, ਜਿਹੜੀ ਸਾਡੇ ਅੱਜ ਦੇ ਜੀਵਨ ਦੇ ਵਿੱਚ ਚੱਲ ਰਹੀਆਂ ਨੇ। ਸੁਤੰਤਰਤਾ, ਸਮਾਨਤਾ, ਇਕੁਐਲਿਟੀ ਹੋਣੀ ਚਾਹੀਦੀ ਹੈ, ਸਾਰੇ ਇੱਕ ਸਮਾਨ ਨੇ। ਜਦੋਂ ਕੁਦਰਤ, ਕੀ ਸੂਰਜ ਕਿਸੇ ਦੇ ਉੱਤੇ ਵੱਧ ਘੱਟ ਰੋਸ਼ਨੀ ਪਾਉਂਦਾ? ਨਹੀਂ, ਸਾਰਿਆਂ ਦੇ ਪਾਉਂਦਾ। ਕੀ ਹਵਾ ਕਿਸੇ ਨੂੰ ਵੱਧ ਘੱਟ ਮਿਲਦੀ ਹੈ ਜੋ ਕੁਦਰਤ ਦੇ ਵਿੱਚ ਚੱਲਦੀ ਹੈ? ਨਹੀਂ, ਹੈ ਨਾ। ਕੀ ਪਾਣੀ ਕਿਸੇ ਨੂੰ ਵੱਧ ਘੱਟ ਹੈ? ਸਾਰਿਆਂ ਪਾਸੇ ਇੱਕੋ ਜਿਹੀ ਹੈ। ਸੋ ਜਦੋਂ ਮਨੁੱਖ ਕੁਦਰਤ ਦੀ ਇੱਕ ਦੇਣ ਹੈ ਤਾਂ ਉਹ ਸਮਾਨ ਹੋਣਾ ਚਾਹੀਦਾ ਸਮਾਜ ਦੇ ਵਿੱਚ, ਦੁਨੀਆ ਦੇ ਵਿੱਚ ਸਮਾਨ ਹੋਣਾ ਚਾਹੀਦਾ। ਸੋ ਸਮਾਨਤਾ, ਇਸ ਦਾ ਇੱਕ ਸਿੱਟਾ ਨਿਕਲਿਆ ਸਮਾਨਤਾ। ਭਰਾਤਰੀ ਭਾਈ ਭਾਵ, ਆਪਸ ਦੇ ਵਿੱਚ ਮਿਲ ਜੁਲ ਕੇ ਰਹਿਣਾ, ਪ੍ਰੇਮ ਕਰਨਾ, ਭਾਈਚਾਰਾ ਬਣਾ ਕੇ ਰੱਖਣਾ। ਸੋ ਇਹ 3 ਵਿਚਾਰ ਸੀ ਬੇਟਾ ਜਿਹੜੇ ਸਾਨੂੰ, ਇਹ ਫਰਾਂਸੀਸੀ ਕ੍ਰਾਂਤੀ ਦੀ ਦੇਣ ਸੀ। ਸਾਨੂੰ, ਦੁਨੀਆ ਨੂੰ ਇਸਨੇ ਬਦਲ ਕੇ ਰੱਖ ਦਿੱਤਾ। ਇਸ ਵਰਲਡ ਨੂੰ, ਇਸ ਕ੍ਰਾਂਤੀ ਤੋਂ ਬਾਅਦ ਇਹ ਵਿਸ਼ਵ ਚੇਂਜ ਹੋ ਗਿਆ। ਸੋ ਫਰਾਂਸੀਸੀ ਕ੍ਰਾਂਤੀ ਬਾਰੇ ਆਪਾਂ ਪੜ੍ਹੀਏ ਤਾਂ ਬੇਟਾ, ਫਰਾਂਸੀਸੀ ਕ੍ਰਾਂਤੀ ਦਾ ਸਮਾਂ ਸੀ ਬੇਟਾ 1799 ਤੋਂ ਲੈ ਕੇ 1799 ਈਸਵੀ ਤੱਕ। ਤਾਂ ਇਹਨੂੰ ਯਾਦ ਰੱਖਣਾ, ਫਰਾਂਸੀਸੀ ਕ੍ਰਾਂਤੀ ਕਦੋਂ ਹੋਈ? 1789। ਇਹ ਬਹੁਤ ਹੀ ਇੰਪੋਰਟੈਂਟ ਪ੍ਰਸ਼ਨ ਹੈ। ਫਰਾਂਸੀਸੀ ਕ੍ਰਾਂਤੀ ਕਦੋਂ ਹੋਈ? 1789 ਦੇ ਵਿੱਚ ਇਹ ਕ੍ਰਾਂਤੀ ਹੋਈ। 10 ਸਾਲ ਦਾ ਸਮਾਂ ਇਹਦਾ ਕ੍ਰਾਂਤੀ ਦਾ ਚੱਲਦਾ ਰਿਹਾ। ਜਿਸ 1799 ਤੋਂ ਲੈ ਕੇ 1799 ਤੱਕ ਇਹ ਫਰਾਂਸ ਦੇ ਵਿੱਚ ਚੱਲਦੀ ਰਹੀ।
ਸੋ ਬੇਟਾ ਇਸ ਕ੍ਰਾਂਤੀ ਤੋਂ ਪਹਿਲਾਂ ਕੀ ਸੀ, ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਫਰਾਂਸ ਵਿੱਚ ਬੋਰਬੋ ਵੰਸ਼ ਦੇ ਅਧੀਨ ਰਾਜਤੰਤਰੀ ਸ਼ਾਸਨ ਸੀ। ਇਹ ਕ੍ਰਾਂਤੀ ਤੋਂ ਪਹਿਲਾਂ ਉੱਥੇ ਕਿਹੜੇ ਰਾਜੇ ਰਾਜ ਕਰਦੇ ਸੀ? ਬੋਰਬੋ ਨਾਮ ਦਾ ਵੰਸ਼ ਸੀ ਇੱਕ ਜਿਹੜਾ, ਉਹ ਉੱਥੇ ਰਾਜਤੰਤਰੀ ਸ਼ਾਸਨ ਕਰਦਾ ਸੀ। ਰਾਜਤੰਤਰੀ ਸ਼ਾਸਨ ਕੀ ਹੁੰਦਾ? ਰਾਜਿਆਂ ਦਾ ਰਾਜ, ਮੋਨਾਰਕੀ ਜਿਹਨੂੰ ਬੋਲਦੇ ਆ। ਰਾਜਤੰਤਰ ਤੋਂ ਭਾਵ ਉਹ ਪ੍ਰਸ਼ਾਸਨ ਜੋ ਇੱਕ ਰਾਜੇ ਜਾਂ ਰਾਣੀ ਦੁਆਰਾ ਚਲਾਇਆ ਜਾਂਦਾ ਹੈ। ਇੱਕ ਰਾਜਾ ਹੁੰਦਾ ਜਾਂ ਰਾਣੀ ਹੁੰਦਾ ਜਿਹੜਾ ਸਾਰੇ ਸਟੇਟ ਦਾ, ਸਾਰੇ ਦੇਸ਼ ਦਾ, ਸਾਰੇ ਰਾਜ ਦਾ ਮਾਲਕ ਹੁੰਦਾ, ਉਹਦੇ ਅਕੋਰਡਿੰਗਲੀ ਸਾਰਾ ਕੰਮ ਚਲਾਇਆ ਜਾਂਦਾ। ਆਮ ਤੌਰ 'ਤੇ ਇਹ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਹਿੰਦਾ। ਇੱਕ ਵੰਸ਼ ਦੇ ਗਾਹਾਂ ਜਿਹੜੇ ਉੱਤਰਾਧਿਕਾਰੀ ਹੁੰਦੇ ਨੇ ਉਹ ਸੀਟ ਨੂੰ, ਉਸ ਸਿੰਘਾਸਨ ਦੇ ਉੱਤੇ ਅੱਗੇ ਦੀ ਅੱਗੇ ਚੱਲੀ ਜਾਂਦੇ ਨੇ। ਸੋ ਇਹ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਹਿੰਦਾ। ਇਸ ਨੂੰ ਅਸੀਂ ਰਾਜਤੰਤਰ ਬੋਲਦੇ ਹਾਂ। ਲੋਕਤੰਤਰ ਜਿਹੜੇ ਆਪਾਂ ਅੱਜ ਕੱਲ੍ਹ ਸਾਡੇ ਦੇਸ਼ਾਂ ਦੇ ਵਿੱਚ ਚੱਲ ਰਹੇ, ਲੋਕਾਂ ਦਾ, ਲੋਕਾਂ ਲਈ, ਲੋਕਾਂ ਦੁਆਰਾ ਰਾਜ। ਰਾਜਤੰਤਰ ਕਿਸੇ ਇੱਕ ਰਾਜੇ ਜਾਂ ਰਾਣੀ ਦਾ ਅਧਿਕਾਰ, ਇਸ ਨੂੰ ਤੁਸੀਂ ਯਾਦ ਰੱਖਣਾ। ਸੋ ਇਹਨਾਂ ਦਾ ਰਾਜਤੰਤਰ ਸੀ। ਇਹਨਾਂ ਅਜਿਹੀਆਂ ਕਿਹੜੀਆਂ ਸਥਿਤੀਆਂ ਪੈਦਾ ਹੋਈਆਂ? ਪਹਿਲਾਂ ਤਾਂ ਰਾਜਿਆਂ ਦੇ ਕਰਕੇ, ਭਾਵ ਰਾਜਨੀਤਿਕ ਕਾਰਨ ਅਜਿਹੇ ਕਿਹੜੇ ਸੀ ਜਿਹਦੇ ਕਰਕੇ ਫਰਾਂਸ ਦੇ ਵਿੱਚ ਕ੍ਰਾਂਤੀ ਹੋਈ? ਉਹਦੇ ਬਾਰੇ ਦੇਖੋ। ਲੂਈਸ 14ਵਾਂ ਬੇਟਾ, ਇਹ ਉਸ ਵੰਸ਼ ਦਾ ਇੱਕ ਰਾਜਾ ਸੀ, ਲੂਈਸ 14ਵਾਂ, ਜਿਹੜਾ ਕਿ ਪੂਰਨ ਰੂਪ ਵਿੱਚ ਨਿਰੰਕੁਸ਼, ਜਿਹਨੂੰ ਕੋਈ ਰੋਕਣ ਵਾਲਾ ਨਹੀਂ ਸੀ। ਰਾਜਤੰਤਰ ਦੀ ਜਿਹਨੂੰ ਕਹਿੰਦੇ ਵੀ ਪੀਕ ਦੀ ਉਦਾਹਰਨ, ਜਮਾ ਚੋਟੀ ਦੀ ਉਦਾਹਰਨ ਸੀ ਲੂਈਸ 14ਵਾਂ, ਜਿਹੜਾ ਨਿਰੰਕੁਸ਼ ਸੀ, ਤਾਨਾਸ਼ਾਹ ਸੀ, ਮਨਮਰਜ਼ੀ ਕਰਦਾ ਸੀ। ਇਸ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ। ਇਹ ਆਪਣੇ ਆਪ ਨੂੰ ਰੱਬ ਦਾ ਰੂਪ ਮੰਨਦਾ ਸੀ, ਰੱਬ ਦਾ ਪ੍ਰਤੀਨਿਧੀ ਮੰਨਦਾ ਸੀ। ਭਾਵ ਲੋਕਾਂ ਦੇ ਵਿੱਚ ਇਹ ਪ੍ਰਚਾਰ ਸੀ ਵੀ ਮੈਨੂੰ ਰੱਬ ਨੇ ਭੇਜਿਆ ਹੈ ਤੁਹਾਡੇ 'ਤੇ ਰਾਜ ਕਰਨ ਵਾਸਤੇ, ਮੈਂ ਰੱਬ ਨੂੰ ਰੀਪ੍ਰਜੈਂਟ ਕਰਦਾ ਹਾਂ, ਰੱਬ ਦਾ ਬੰਦਾ ਹਾਂ। ਸੋ ਜੋ ਮੈਂ ਕਹਾਂ ਉਹ ਰੱਬ ਦਾ ਹੁਕਮ ਹੈ, ਜੋ ਮੈਂ ਕਰਦਾ ਉਹ ਰੱਬ ਦੀ ਮਰਜ਼ੀ ਨਾਲ ਕਰਦਾ। ਸੋ ਇਸ ਨੇ ਨਿਰੰਕੁਸ਼ ਰਾਜਤੰਤਰ ਦੀ ਇੱਕ ਐਗਜ਼ਾਮਪਲ ਪੇਸ਼ ਕੀਤੀ। ਸਭ ਤੋਂ ਸ਼ਕਤੀਸ਼ਾਲੀ ਤੇ ਤਕੜਾ ਇਹ ਨਿਰੰਕੁਸ਼ ਰਾਜਤੰਤਰ ਸੀ, ਰਾਜਾ ਸੀ, ਜਿਹਨੇ ਆਪਣੀ ਮਰਜ਼ੀ ਨਾਲ ਸਮਾਜ ਨੂੰ, ਆਪਣੇ ਦੇਸ਼ ਨੂੰ ਚਲਾਇਆ। ਫਿਰ ਇਸ ਤੋਂ ਮਗਰੋਂ ਆਇਆ ਬੇਟਾ ਲੂਈਸ 15ਵਾਂ, ਜੋ ਕਿ ਇਸ ਦਾ ਉੱਤਰਾਧਿਕਾਰੀ ਸੀ, ਪਰ ਇੱਕ ਅਯੋਗ ਸ਼ਾਸਕ ਸੀ। ਇਹਨੇ ਰਾਜ ਪਾਟ ਕਰਨੀ ਕੋਈ ਧਿਆਨ ਹੀ ਨਹੀਂ ਦਿੱਤਾ। ਜੋ ਇਹਨੂੰ ਵਿਰਾਸਤ ਦੇ ਮਿਲਿਆ ਉਸ ਨੂੰ ਇਹ ਇੰਜੋਏ ਕਰਦਾ ਰਿਹਾ। ਇਹ ਰਾਜ ਪ੍ਰਬੰਧ ਵਿੱਚ ਸੁਧਾਰ ਕਰਨ ਦੀ ਥਾਂ ਤੇ ਉਸਨੇ ਆਪਣੇ ਆਪ ਨੂੰ ਵਿਲਾਸਮਈ ਜੀਵਨ ਵਿੱਚ ਵਿਅਸਤ ਰੱਖਿਆ, ਐਸ਼ੋ ਆਰਾਮ ਦੇ ਜੀਵਨ ਦੇ ਵਿੱਚ ਵਿਅਸਤ ਰੱਖਿਆ। ਪਿੱਛੇ ਪਿਕਚਰ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਵੀ ਵੱਡੇ ਵੱਡੇ ਮਹਿਲਾਂ ਦੇ ਵਿੱਚ ਰਹਿੰਦੇ ਸੀ, ਮਨਮਰਜ਼ੀ ਕਰਦੇ ਸੀ। ਲੋਕਾਂ ਦੀ ਕਮਾਈ ਹੋਈ ਧਨ ਦੌਲਤ ਉਹਨੂੰ ਟੈਕਸਾਂ ਦੇ ਰੂਪ ਜਿਹੜੀ ਇਹਨਾਂ ਨੇ ਇਕੱਤਰ ਕੀਤੀ ਹੁੰਦੀ ਸੀ, ਉਸ ਦੇ ਉੱਤੇ ਐਸ਼ੋ ਆਰਾਮ ਦਾ ਜੀਵਨ ਬਤੀਤ ਕਰਦੇ ਸੀ। ਸੋ ਇਹ ਸੀ ਲੂਈਸ 15ਵਾਂ। ਇਸ ਦਾ ਉੱਤਰਾਧਿਕਾਰੀ ਅੱਗੇ ਆਇਆ ਲੂਈਸ 16ਵਾਂ। ਬੇਟਾ ਇਹ ਅਗਲਾ ਫਰਾਂਸੀਸੀ ਸ਼ਾਸਕ ਸੀ, ਪਰ ਇਹ ਅਖੀਰਲਾ ਫਰਾਂਸੀਸੀ ਸ਼ਾਸਕ ਵੀ ਸੀ। ਲੂਈਸ 16ਵਾਂ ਫਰਾਂਸ ਦਾ ਅਖੀਰਲਾ ਸ਼ਾਸਕ ਸੀ ਇਹ ਬੇਟਾ। ਇਸ ਤੋਂ ਮਗਰੋਂ ਰਾਜਤੰਤਰ ਉੱਥੋਂ ਸਮਾਪਤ ਹੋ ਗਿਆ। ਇਸ ਨੇ 1774 ਈਸਵੀ ਤੋਂ ਲੈ ਕੇ 1792 ਈਸਵੀ ਤੱਕ ਫਰਾਂਸ ਤੇ ਰਾਜ ਕੀਤਾ। ਇਹ ਸ਼ਾਸਕ ਰਿਹਾ। ਇਸ ਦੇ ਸਮੇਂ ਦੌਰਾਨ ਹੀ ਫਰਾਂਸੀਸੀ ਕ੍ਰਾਂਤੀ ਹੋਈ। ਉਹ ਕੌਣ ਸੀ? ਲੂਈਸ 16ਵਾਂ। ਕਈ ਵਾਰ ਪ੍ਰਸ਼ਨ ਆ ਜਾਂਦਾ ਹੈ ਹੇਠ ਲਿਖਿਆਂ ਵਿੱਚੋਂ ਫਰਾਂਸੀਸੀ ਕ੍ਰਾਂਤੀ ਕਿਸ ਦੇ ਸਮੇਂ ਦੌਰਾਨ ਹੋਈ? ਉਹ ਬੇਟਾ ਹੋਈ ਸੀ ਲੂਈਸ 16ਵੇਂ ਦੇ ਸਮੇਂ ਦੌਰਾਨ ਹੋਈ ਸੀ, ਕਿਉਂਕਿ ਫਰਾਂਸੀਸੀ ਕ੍ਰਾਂਤੀ ਦਾ ਸਮਾਂ ਸੀ 1789। ਇਹ 1774 ਤੋਂ 92 ਤੱਕ ਸ਼ਾਸਕ ਸੀ। ਸੋ ਇਸ ਦੇ ਸਮੇਂ ਫਰਾਂਸੀਸੀ ਕ੍ਰਾਂਤੀ ਹੋਈ ਸੀ। ਹੁਣ ਇਸ ਦੇ ਜੀਵਨ ਬਾਰੇ ਆਪਾਂ ਕੁਝ ਹੋਰ ਦੇਖੀਏ। ਲੂਈਸ 16ਵਾਂ ਇੱਕ ਚੰਗੀ ਸੋਚ ਵਾਲਾ ਵਿਅਕਤੀ ਸੀ। ਚੰਗੀ ਸੋਚ ਵਾਲਾ ਵਿਅਕਤੀ ਤਾਂ ਸੀਗਾ, ਪਰ ਉਹ ਆਪਦੇ ਡਿਸੀਜਨ ਪਰਮਾਨੈਂਟਲੀ ਲਾਗੂ ਨਹੀਂ ਸੀ ਕਰ ਸਕਦਾ। ਜੋ ਇੱਕ ਵਾਰ ਡਿਸੀਜਨ ਲੈ ਲੈਂਦਾ, ਸੋਚੀ ਜਾਂਦਾ, ਵਿਚਾਰ ਕਰੀ ਜਾਂਦਾ, ਉਹਨੂੰ ਲਾਗੂ ਕਰਨ 'ਤੇ ਇੰਨਾ ਸਮਾਂ ਲਾ ਦਿੰਦਾ ਵੀ ਕਈ ਵਾਰ ਇਸ ਨੂੰ ਉਸ ਡਿਸੀਜਨ ਆਪਣੇ ਵਾਪਸ ਲੈਣੇ ਪੈਂਦੇ। ਪਰ ਦ੍ਰਿੜਤਾ ਦੀ ਕਮੀ ਸੀ, ਡਿਸੀਜਨ ਟੇਕਿੰਗ ਪਾਵਰ ਇਹਦੀ ਨਹੀਂ ਸੀ। ਇਸ ਤੋਂ ਵੱਡੀ ਇਹਦੇ ਨਾਲ ਕੀ ਤਰਾਸਦੀ ਹੋਰ ਕੀ ਸੀ? ਲਓ ਜੀ, ਹੁਣ ਇਹਦਾ ਵਿਆਹ ਹੋ ਗਿਆ। ਲੂਈਸ 16ਵੇਂ ਦਾ ਵਿਆਹ ਆਸਟਰੀਆ ਦੀ ਸ਼ਹਿਜ਼ਾਦੀ, ਕਿੱਥੋਂ ਦੀ ਸ਼ਹਿਜ਼ਾਦੀ? ਆਸਟਰੀਆ ਦੀ ਸ਼ਹਿਜ਼ਾਦੀ ਨਾਲ ਹੋਇਆ, ਮੈਰੀ ਐਂਟੋਨੀਟੀ। ਉਹਦੇ ਨਾਲ ਇਸ ਦਾ ਵਿਆਹ ਹੋ ਗਿਆ। ਇਸ ਨੇ ਬੇਟਾ ਉਹਦੇ ਨਾਲ ਵਿਆਹ ਕਰਾਉਣ ਤੋਂ ਮਗਰੋਂ ਤਾਂ ਇਹੋ ਜਿਹਾ ਜੀਵਨ ਬਤੀਤ ਕੀਤਾ ਵੀ ਇਹਨੇ ਰਾਜ ਪਾਟ ਕਰਨੀ ਦਾ ਧਿਆਨ ਦੇਣਾ ਹੀ ਬੰਦ ਕਰਤਾ। ਆਮ ਪਬਲਿਕ ਨਾਲ ਤਾਂ ਇਹਦਾ ਕੰਟੈਕਟ ਹੀ ਟੁੱਟ ਗਿਆ। ਸੋ ਤੁਹਾਡੇ ਕੋਲ ਕਈ ਵਾਰ ਪ੍ਰਸ਼ਨ ਆਇਆ ਲੂਈਸ 16ਵਾਂ ਦਾ ਵਿਆਹ ਕਿਸ ਰਾਜ ਦੀ ਰਾਜਕੁਮਾਰੀ ਨਾਲ ਹੋਇਆ ਸੀ? ਆਸਟਰੀਆ ਰਾਜ ਦੀ ਸ਼ਹਿਜ਼ਾਦੀ ਦੇ ਨਾਲ ਇਸ ਦਾ ਵਿਆਹ ਹੋਇਆ ਸੀ। ਇਹ ਵਿਆਹ ਹੋਣ ਤੋਂ ਮਗਰੋਂ ਬੇਟਾ ਦੇਖੋ ਇਹਨਾਂ ਦੇ ਮਹਿਲ ਸੀਗੇ ਜਿਹੜੇ, ਉਹ ਉੱਥੇ ਜਾ ਕੇ ਮਹਿਲ ਵੀ ਇਹਨਾਂ ਨੇ ਆਪਣੇ ਰਾਜਪਾਟ ਤੋਂ, ਆਮ ਜਨਤਾ ਦੀ ਪਹੁੰਚ ਤੋਂ ਬੜੇ ਦੂਰ ਜੰਗਲਾਂ ਦੇ ਵਿੱਚ ਜਾ ਕੇ ਵੱਡੇ ਵੱਡੇ ਥਾਵਾਂ ਨੂੰ ਸਾਫ਼ ਕਰਕੇ ਜੰਗਲਾਂ ਨੂੰ, ਉੱਥੇ ਵੱਡੇ ਵੱਡੇ ਮਹਿਲ ਬਣਾਏ ਹੋਏ ਸੀ, ਰਾਜਸੀ ਮਹਿਲ ਬਣਾਏ ਸੀ। ਉੱਥੇ ਜਾ ਕੇ ਇਹ ਰਹਿਣ ਲੱਗ ਪਿਆ। ਲੂਈਸ 16ਵਾਂ ਆਪਣੀ ਪਤਨੀ ਨਾਲ ਵੈਰਸਿਲਜ਼ ਦੇ ਮਹਿਲਾਂ ਵਿੱਚ ਵਿਲਾਸਮਈ ਜੀਵਨ ਬਤੀਤ ਕਰਨ ਲੱਗਿਆ, ਜਿਹਦੇ ਕਰਕੇ ਉਹਦਾ ਰਾਜ ਪਾਟ ਕਰਨੀ ਕੋਈ ਧਿਆਨ ਨਾ ਰਿਹਾ। ਆਮ ਜਨਤਾ ਨਾਲ ਇਹਨਾਂ ਦਾ ਕੋਈ ਡਾਇਰੈਕਟ ਸੰਪਰਕ ਹੀ ਨਹੀਂ ਸੀ, ਬੜੀ ਦੂਰ ਰਹਿੰਦੇ ਸੀ। ਉਹਨਾਂ ਦੇ ਸੁੱਖ ਦੁੱਖ ਨਾਲ ਇਹਨਾਂ ਕੋਈ ਸੰਬੰਧ ਨਹੀਂ ਸੀ। ਬਸ ਉਹਨਾਂ ਤੋਂ ਟੈਕਸ ਪ੍ਰਾਪਤ ਕਰਨਾ ਹੀ ਇਹਨਾਂ ਦਾ ਮੁੱਢਲਾ ਇੱਕ ਉਹ ਹੁੰਦਾ ਸੀ ਵੀ ਟੈਕਸ ਲਿਆ, ਆਪਦਾ ਰਾਜ ਕੁਛ ਭਰਿਆ ਤੇ ਆਪਦੀ ਜ਼ਿੰਦਗੀ ਐਸ਼ਮਈ ਜੀਵਨ ਬਤੀਤ ਕੀਤਾ, ਜਿਹਦੇ ਕਰਕੇ ਜਨਤਾ ਦੇ ਵਿੱਚ ਵੀ ਇਹਨਾਂ ਦੇ ਵਿਰੁੱਧ ਇੱਕ ਰੋਸ਼ ਪੈਦਾ ਹੋਣਾ ਸ਼ੁਰੂ ਹੋ ਗਿਆ। ਸੋ ਇਸ ਤੋਂ ਬਿਨਾਂ ਅੱਗੇ ਕੀ ਹੋਇਆ?
ਕਈ ਸਾਲਾਂ ਤੋਂ ਚੱਲੇ ਆ ਰਹੇ ਜਿਹੜੇ ਯੁੱਧ ਸੀ ਬੇਟਾ, ਇੱਕ ਹੋਰ ਕੀ ਸੀ, ਇਹ ਰਾਜੇ ਮਹਾਰਾਜੇ ਲੜਦੇ ਰਹਿੰਦੇ ਸੀ। ਉਹ ਸਮੇਂ ਇਹਨਾਂ ਨੇ ਇੰਗਲੈਂਡ ਨਾਲ ਬੜੇ ਯੁੱਧ ਕੀਤੇ, ਫਰਾਂਸ ਵਾਲਿਆਂ ਨੇ। ਤਾਂ ਇੰਗਲੈਂਡ ਨਾਲ ਇਹਨਾਂ ਦਾ ਇੱਕ ਯੁੱਧ 7 ਸਾਲ ਚੱਲਦਾ ਰਿਹਾ। ਇੰਨਾ ਲੰਬਾ ਸਮਾਂ ਇਹ ਯੁੱਧ ਚੱਲਦਾ ਰਿਹਾ, ਜਿਹਦੇ ਵਿੱਚ ਬਾਅਦ ਦੇ ਵਿੱਚ ਜਿੱਤਗੀ ਹੋਈ ਇੰਗਲੈਂਡ ਦੀ। ਫਰਾਂਸ ਦੀ ਹਾਰ ਹੋਣ ਕਾਰਨ ਇਸ ਦੇ ਖਜ਼ਾਨੇ ਤੇ ਬੋਝ ਪਿਆ, ਇਹਦੀ ਵਿੱਤੀ ਹਾਲਾਤ ਬਹੁਤ ਜ਼ਿਆਦਾ ਮਾੜੀ ਹੋ ਗਈ। ਯੁੱਧ ਕਰਨੇ ਪੈਂਦੇ ਸੀ, ਸੈਨਾ ਦਾ ਰੱਖ ਰਖਾਅ ਤੇ ਖਰਚਾ ਵੀ ਹੁੰਦਾ ਸੀ। ਵੈਰਸਲਸ ਦੇ ਜਿਹੜੇ ਮਹਿਲ ਸੀ, ਉਹ ਏਡੇ ਵੱਡੇ ਮਹਿਲ ਸੀ, ਇੰਨੇ ਸੋਹਣੇ ਮਹਿਲ ਸੀ ਵੀ ਉਹਨਾਂ ਦੀ ਮੇਨਟੇਨੈਂਸ ਦਾ ਖਰਚਾ, ਦੇਖ ਰੇਖ ਦਾ ਖਰਚਾ, ਉਹ ਬਹੁਤ ਖਰਚਾ ਪੈਂਦਾ ਸੀ। ਸਰਕਾਰੀ ਦਫ਼ਤਰਾਂ ਨੂੰ ਚਲਾਉਣ ਵਾਸਤੇ ਉੱਥੇ ਜਿਹੜੇ ਕਰਮਚਾਰੀ ਰੱਖੇ ਗਏ ਸੀ, ਉਹਨਾਂ ਦਾ ਖਰਚਾ ਬਹੁਤ ਪੈਂਦਾ ਸੀ। ਇਹ ਸਾਰੇ ਖਰਚਿਆਂ ਕਰਕੇ, ਯੁੱਧਾਂ ਦੇ ਕਰਕੇ, ਪੈਲੇਸਾਂ ਦੇ ਰੱਖ ਰਖਾਵ ਕਰਕੇ, ਸੈਨਾ ਦੇ ਰੱਖ ਰਖਾਵ ਕਰਕੇ, ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮਕਾਰ ਵਾਲੇ ਮੁਲਾਜ਼ਮਾਂ ਦੇ ਰੱਖ ਰਖਾਵ ਕਰਕੇ, ਉਹਨਾਂ ਦੀਆਂ ਤਨਖਾਹਾਂ ਦੇ ਰੱਖ ਰਖਾਵ ਕਰਕੇ ਫਰਾਂਸ ਦਾ ਜਿਹੜਾ ਰਾਜ ਸੀ, ਖਜ਼ਾਨਾ ਸੀ ਬੇਟਾ, ਉਹ ਖਾਲੀ ਹੋ ਗਿਆ। ਉੱਥੇ ਧਨ ਦੌਲਤ ਨਹੀਂ ਬਚਿਆ, ਖਤਮ ਹੋਣ ਲੱਗਿਆ। ਹੁਣ ਜਦੋਂ ਰੁਪਈਏ ਪੈਸੇ ਖਤਮ ਹੋ ਗਏ ਤਾਂ ਇਹਨਾਂ ਨੂੰ ਚਿੰਤਾ ਪੈ ਗਈ। ਹੁਣ ਰੁਪਈਏ ਪੈਸੇ ਭਰਨ ਦਾ ਇੱਕੋ ਇੱਕ ਜ਼ਰੀਆ ਸੀ, ਟੈਕਸਾਂ ਨੂੰ, ਕਰਾਂ ਨੂੰ ਵਧਾ ਦੇਣਾ। ਇਹਨਾਂ ਨੇ ਜੀ ਟੈਕਸਾਂ ਦੀ ਰਾਸ਼ੀ ਰਾਜੇ ਨੇ, ਲੂਈਸ 16ਵਾਂ ਨੇ ਵਧਾ ਦਿੱਤੀ। ਉਹਨੂੰ ਵਧਾਉਣ ਵਾਸਤੇ ਇੱਕ ਮੀਟਿੰਗ ਵੀ ਕੀਤੀ। ਆਮ ਜਨਤਾ ਦੇ ਉੱਤੇ ਸਿੱਧਾ ਦਾ ਸਿੱਧਾ ਬੋਝ ਟੈਕਸਾਂ ਦਾ ਪਾ ਦਿੱਤਾ ਗਿਆ, ਜਿਹਦੇ ਕਰਕੇ ਜਿਹੜਾ ਤੀਜਾ ਵਰਗ ਸੀ ਬੇਟਾ, ਉਹਦੀ ਸਥਿਤੀ ਹੋਰ ਵੀ ਮਾੜੀ ਹੋ ਗਈ। ਬੇਟਾ ਉਸ ਸਮੇਂ ਵੀ ਜਿਹੜਾ ਸਮਾਜ ਦੇ ਵਿੱਚ ਸਭ ਤੋਂ ਵੱਧ ਟੈਕਸ ਦਿੰਦਾ ਸੀ, ਉਹ ਤੀਸਰਾ ਵਰਗ ਹੀ ਦਿੰਦਾ ਸੀ, ਹਨਾ। ਉਸ ਨੂੰ ਹੀ ਸਭ, ਪਹਿਲੇ ਤੇ ਦੂਜੇ ਵਰਗ ਨੂੰ ਤਾਂ ਟੈਕਸ ਮਾਫ ਸੀ। ਕੀ ਤੁਸੀਂ ਫਰਾਂਸ ਦੀ ਸਥਿਤੀ ਨੂੰ ਅੱਜ ਦੀ ਮੌਜੂਦਾ ਸਥਿਤੀ ਨਾਲ ਕੰਪੇਅਰ ਕਰ ਸਕਦੇ ਹੋ ਵੀ ਸਾਡੇ ਸਮਾਜ ਦੇ ਵਿੱਚ ਟੈਕਸ ਕੌਣ ਦਿੰਦਾ ਹੈ ਤੇ ਕੌਣ ਟੈਕਸ ਨਹੀਂ ਦਿੰਦਾ? ਚਲੋ ਸੋਚਿਆ ਕਰੋ, ਜੇ ਤੁਸੀਂ ਐਸਐਸ ਪੜ੍ਹਦੇ ਹੋ ਤਾਂ ਉਹਦਾ ਮਤਲਬ ਇਹੀ ਹੁੰਦਾ ਵੀ ਸਾਡੇ ਆਲੇ ਦੁਆਲੇ ਸਮਾਜ ਦੇ ਵਿੱਚ ਕੀ ਹੋ ਰਿਹਾ ਹੈ, ਉਹਨੂੰ ਅਸੀਂ ਦੇਖੀਏ ਕੀ ਚੰਗਾ ਮਾੜਾ ਹੋ ਰਿਹਾ। ਚਲੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਸੀ। ਸੋ ਉਸ ਸਮੇਂ ਵੀ ਇਹ ਜਿਹੜੇ ਸਭ ਤੋਂ ਵੱਧ ਟੈਕਸ ਦਿੱਤੇ ਜਾ ਰਹੇ ਸੀ, ਉਹ ਸਿਰਫ ਤੀਸਰੇ ਵਰਗ ਆਮ ਜਨਤਾ ਦੁਆਰਾ ਹੀ ਦਿੱਤੇ ਜਾ ਰਹੇ ਸੀ, ਜਿਹਦੇ ਨਾਲ ਉਹਨਾਂ ਦੀ ਸਥਿਤੀ ਹੋਰ ਵੀ ਜ਼ਿਆਦਾ ਮਾੜੀ ਹੋ ਗਈ। ਹੁਣ ਇਹ ਸਥਿਤੀ ਮਾੜੀ ਹੋਣ, ਟੈਕਸਾਂ ਦਾ ਲਾ ਦੇਣਾ, ਸ਼ਾਹੀ ਖਜ਼ਾਨੇ ਦਾ ਖਾਲੀ ਹੋ ਜਾਣਾ, ਬੇਟਾ ਇਹਨੇ ਕ੍ਰਾਂਤੀ ਦੇ ਵਿੱਚ, ਜਿਹੜੀ ਫਰਾਂਸ ਦੀ ਕ੍ਰਾਂਤੀ ਸੀ, ਉਹਦੇ ਵਿੱਚ ਜਿਵੇਂ ਕਹਿੰਦੇ ਨਾ ਵੀ ਬਲ ਦੀ ਅੱਗ ਦੇ ਵਿੱਚ ਘਿਓ ਵਾਲਾ ਕੰਮ ਕਰਨਾ, ਇਹ ਉਹ ਫੈਕਟਰ ਸੀ, ਤਤਕਾਲੀਨ ਕਾਰਨ ਬਣਿਆ ਇਹ ਉਹ ਕ੍ਰਾਂਤੀ ਦਾ, ਹੈ ਨਾ। ਟੈਕਸਾਂ ਦਾ ਲਾ ਦੇਣਾ, ਆਮ ਜਨਤਾ ਦੇ ਉੱਤੇ ਟੈਕਸਾਂ ਦਾ ਵਾਧਾ ਕਰ ਦੇਣਾ, ਉਹਦੀ ਅਮਾਊਂਟ ਵਧਾ ਦੇਣਾ, ਡਬਲ ਟ੍ਰਿਪਲ ਕਰ ਦੇਣਾ, ਇਹ ਉਸ ਸਮੇਂ ਦਾ ਇੱਕ ਟ੍ਰਿਗਰਿੰਗ ਪੁਆਇੰਟ ਸੀ ਫਰਾਂਸੀਸੀ ਰੈਵੋਲਿਊਸ਼ਨ ਦਾ। ਇਸ ਤੋਂ ਬਿਨਾਂ ਆਪਾਂ ਹੋਰ ਕਿ ਫਰਾਂਸੀਸੀ ਕ੍ਰਾਂਤੀ ਦੇ ਸਮਾਜਿਕ, ਇਹਦਾ ਆਪਾਂ ਰਾਜਨੀਤਿਕ ਕਾਰਨ ਦੇਖੇ ਵੀ ਰਾਜਨੀਤਿਕ ਪੱਖ ਤੋਂ ਕੀ ਪੁਆਇੰਟ ਸੀਗੇ। ਹੁਣ ਜੇ ਆਪਾਂ ਸਮਾਜ ਦੀ ਸਥਿਤੀ ਦੇਖੀਏ, ਸਮਾਜ ਦੀ ਸਥਿਤੀ ਆਪਾਂ ਨੂੰ ਟੈਕਸਾਂ ਤੋਂ ਪਤਾ ਲੱਗਦਾ ਵੀ ਸਮਾਜ ਦੀ ਬੁਰੀ ਹਾਲਤ ਕਿੰਨੀ ਸੀ, ਆਮ ਜਨਤਾ ਦੀ ਬੁਰੀ ਹਾਲਤ ਸੀ, ਬਾਕੀ ਐਸ਼ੋ ਆਰਾਮ ਕਰਦੇ ਸੀ। ਸੋ ਜਨਤਾ ਜਦੋਂ ਅੱਕ ਗਈ, ਜਦੋਂ ਉਹਨੂੰ ਲੱਗਿਆ ਵੀ ਹੁੰਦਾ ਸੀ ਦੋਨਾਂ ਪਾ ਇੱਧਰ ਵੀ ਮਰੀਆਂ ਉੱਧਰ ਵੀ ਮਰੀਆਂ, ਤਾਂ ਉਹਨਾਂ ਨੇ ਨੈਚੁਰਲੀ ਗੱਲ ਵਿਦਰੋਹ ਕਰਨਾ ਹੀ ਸੀ, ਕ੍ਰਾਂਤੀ ਕਰਨੀ ਹੋਈ ਸੀ। ਸੋ ਆਪਾਂ ਸਮਾਜਿਕ ਸਥਿਤੀ ਦੀ ਗੱਲ ਕਰੀਏ ਤਾਂ ਫਰਾਂਸ ਦੀ ਉਸ ਸਮੇਂ ਦੀ ਸਥਿਤੀ ਵਿੱਚ ਸਮਾਜਿਕ ਵਿਵਸਥਾ ਵਿੱਚ ਕ੍ਰਾਂਤੀ ਦੇ ਕਾਰਨ ਬਹੁਤ ਇੰਪੋਰਟੈਂਟ ਬਣਿਆ। ਉਸ ਸਮੇਂ ਦੀ ਜਿਹੜੀ ਸਥਿਤੀ ਸੀ ਫਰਾਂਸੀਸੀ ਸਮਾਜ ਦੀ, ਉਹ ਕ੍ਰਾਂਤੀ ਦਾ ਇੱਕ ਮੁੱਖ ਕਾਰਨ ਬਣੀ। ਕਿਵੇਂ ਬਣੀ? ਕਹਿੰਦਾ ਫਰਾਂਸ ਦਾ ਸਮਾਜ 3 ਵਰਗਾਂ ਵਿੱਚ ਵੰਡਿਆ ਹੋਇਆ ਸੀ, ਜਿਨ੍ਹਾਂ ਨੂੰ ਅਸਟੇਟ ਬੋਲਿਆ ਜਾਂਦਾ ਸੀ। ਪਹਿਲਾਂ ਤਾਂ ਇਹ ਯਾਦ ਰੱਖਿਓ, ਫਰਾਂਸੀਸੀ ਸਮਾਜ ਜਿਹੜਾ 3 ਵਰਗਾਂ ਵਿੱਚ ਵੰਡਿਆ ਗਿਆ ਸੀ, ਉਹਦਾ ਕੀ ਨਾਮ ਸੀ? ਸਟੇਟ। ਹੁਣ ਉਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਅੱਗੇ ਸਟੇਟ ਦੇ ਵਿੱਚ ਕੀ ਸੀ ਬੇਟਾ। ਉਹ 3 ਵਰਗਾਂ ਵਿੱਚ ਵੰਡਿਆ ਸੀ, ਜਿਹਨੂੰ ਆਪਾਂ ਸਟੇਟ ਬੋਲਦੇ ਸੀ। ਪਹਿਲਾ ਵਰਗ ਸੀ ਬੇਟਾ ਪਾਦਰੀ ਵਰਗ, ਦੂਸਰਾ ਵਰਗ ਸੀ ਬੇਟਾ ਕੁਲੀਨ ਵਰਗ, ਤੀਸਰਾ ਵਰਗ ਸੀ ਬੇਟਾ ਜਿਹੜੇ ਬਾਕੀ ਬਚੇ ਕੁਛੇ ਆਮ ਜਨਤਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਉੱਪਰਲਾ ਪਾਦਰੀ ਵਰਗ ਜਿਹੜੇ ਚਰਚਾਂ ਨੂੰ ਚਲਾਉਂਦੇ ਸੀ, ਚਰਚਾਂ ਦੇ ਵਿੱਚ ਰਹਿੰਦੇ ਸੀ। ਫਿਰ ਕੁਲੀਨ ਵਰਗ ਰਾਜੇ ਮਹਾਰਾਜਿਆਂ ਦੇ ਮੰਤਰੀ, ਉਹ ਸਾਰੇ ਇਹਦੇ ਵਿੱਚ ਵਧੀਆ ਵਧੀਆ ਲੋਕ ਆ ਜਾਂਦੇ ਸੀ। ਫਿਰ ਆਮ ਜਨਤਾ ਜਿਹੜੀ ਮਿਹਨਤ ਕਰਦੀ ਸੀ, ਅਸਲੀ ਜਿਹੜੇ ਸਾਰੇ ਮਿਹਨਤਕਾਰ ਸੀਗੇ, ਕਿਸਾਨ, ਮਜ਼ਦੂਰ, ਦਿਹਾੜੀਦਾਰ, ਕਾਸ਼ਤਕਾਰ, ਇਹ ਸਾਰੇ ਆਮ ਵਰਗ ਦੇ ਵਿੱਚ ਆਉਂਦੇ ਸੀ। ਸੋ ਉਸ ਸਮੇਂ 3 ਸਟੇਜਾਂ ਦੇ ਵਿੱਚ, 3 ਵਰਗਾਂ ਦੇ ਵਿੱਚ ਵੰਡਿਆ ਸੀ, ਜਿਹਨੂੰ ਸਟੇਟਸ ਬੋਲਿਆ ਜਾਂਦਾ ਸੀ। ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਪਾਦਰੀ ਵਰਗ। ਉਸ ਸਮੇਂ ਦਾ ਪਾਦਰੀ ਵਰਗ ਸੀ ਜਿਹੜਾ, ਇਸ ਨੂੰ ਪਹਿਲਾ ਵਰਗ ਬੋਲਿਆ ਜਾਂਦਾ ਸੀ, ਸਭ ਤੋਂ ਉੱਚਾ ਵਰਗ ਇਸ ਨੂੰ ਮੰਨਿਆ ਜਾਂਦਾ। ਤੁਹਾਡੀ ਪਿਕਚਰ ਦੇ ਸਾਹਮਣੇ ਵੀ ਦੇਖਿਓ, ਵੱਖ-ਵੱਖ ਚਰਚਾਂ ਦੇ ਵਿੱਚ ਵੱਖ-ਵੱਖ ਉੱਥੋਂ ਦੇ ਗਿਰਜਾਘਰਾਂ ਦੇ ਜਿਹੜੇ ਪਾਦਰੀ ਸੀ ਉਹ ਦਿਖਾਏ ਗਏ ਨੇ। ਇਸ ਨੂੰ ਪਾਦਰੀ ਵਰਗ ਬੋਲਿਆ ਜਾਂਦਾ ਸੀ। ਇਹ ਵੀ ਅੱਗੇ 2 ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਬੇਟਾ, ਉੱਚ ਪਾਦਰੀ ਅਤੇ ਸਧਾਰਨ ਪਾਦਰੀ, ਐਜ਼ ਪਰ ਦੇਅਰ ਪੋਜੀਸ਼ਨਸ। ਉੱਚ ਪਾਦਰੀ ਪ੍ਰਧਾਨ ਪਾਦਰੀ, ਧਾਰਮਿਕ ਅਧਿਅਕਸ਼ ਅਤੇ ਮਹੰਤ ਹੁੰਦੇ ਸੀ। ਇਹ ਵੱਡੀਆਂ ਵੱਡੀਆਂ ਚਰਚਾਂ ਚਲਾਉਂਦੇ ਸੀ। ਇਹ ਲੋਕ ਫਰਾਂਸ ਵਿੱਚ ਗਿਰਜਾਘਰਾਂ ਦਾ ਪ੍ਰਬੰਧ ਚਲਾਉਂਦੇ ਸੀ। ਜਿਹੜੇ ਉੱਥੋਂ ਦੇ ਗਿਰਜਾਘਰ ਸੀਗੇ, ਉੱਥੋਂ ਦੀਆਂ ਚਰਚਿਸ ਸੀ, ਉਹਨਾਂ ਦੀ ਦੇਖ ਰੇਖ ਕੌਣ ਕਰਦਾ ਸੀ? ਇਹ ਪਾਦਰੀ ਵਰਗ ਕਰਦਾ ਸੀ। ਪ੍ਰਧਾਨ ਪਾਦਰੀ ਕੁੱਲ ਜਨਸੰਖਿਆ ਦਾ 1% ਹਿੱਸਾ ਸਨ। ਦੇਖੋ ਜੀ, ਜਿਹੜੇ ਇਹਨਾਂ ਦੇ ਪ੍ਰਧਾਨ ਪਾਦਰੀ ਸੀ, ਸਿਰਫ 1% ਇਹ ਪਾਦਰੀ ਹੁੰਦੇ ਸਨ। ਕਿੰਨੇ ਪ੍ਰਤੀਸ਼ਤ ਬੇਟਾ? 1%। ਯਾਦ ਰੱਖਿਓ, ਬਹੁਤ ਇੰਪੋਰਟੈਂਟ ਕੁਐਸਚਨ ਹੈ, NTSC ਪੁਆਇੰਟ ਆਫ ਵਿਊ ਬਾਤੋਂ ਵੀ। ਲੋਕਾਂ ਕੋਲੋਂ ਗਿਰਜਾਘਰ ਟੈਕਸ ਬੇਟਾ, ਉੱਥੇ ਜਿਵੇਂ ਅੱਜ ਕੱਲ੍ਹ ਆਪਾਂ ਟੈਕਸ ਭਰਦੇ ਹਾਂ, ਉਦੋਂ ਵੀ ਵੱਖ-ਵੱਖ ਤਰ੍ਹਾਂ ਦੇ ਟੈਕਸ ਭਰੇ। ਉਦੋਂ ਇਹ ਧਾਰਮਿਕ ਟੈਕਸ, ਜਿਹਨੂੰ ਆਪਾਂ ਕਹਿੰਦੇ ਗਿਰਜਾਘਰ ਟੈਕਸ ਲਾਇਆ ਗਿਆ ਸੀ, ਜਿਹਨੂੰ ਟਿੱਥੇ ਬੋਲਦੇ ਸੀ।
ਜਿਹਨੂੰ ਕੀ ਬੋਲਦੇ ਸੀ, ਟਿੱਥੇ। ਇਹ ਕੌਣ ਇਕੱਠਾ ਕਰਦੇ ਸੀ? ਇਹ ਲੋਕ ਇਕੱਠੇ ਕਰਦੇ ਸੀ ਗਿਰਜਾ ਘਰ ਵਾਸਤੇ, ਪਾਦਰੀ ਵਰਗ ਇਕੱਠਾ ਕਰਦਾ ਸੀ। ਉਹ ਟੈਕਸ ਕਿਹੜਾ ਸੀ? ਟਿੱਥੇ ਵਰਗ। ਕਈ ਵਾਰ ਆ ਜਾਂਦਾ ਹੈ ਗਿਰਜਾ ਘਰ ਨੂੰ ਦਿੱਤੇ ਜਾਣ ਵਾਲੇ ਟੈਕਸ ਦਾ ਕੀ ਨਾਮ ਸੀ? ਟਿੱਥੇ। ਯਾਦ ਰੱਖਣ ਦਾ, ਟਿੱਥੇ ਕਿੱਥੇ ਦਿੱਤਾ ਜਾਂਦਾ ਸੀ? ਟਿੱਥੇ ਤੋਂ ਕੀ ਬਣਿਆ? ਕਿੱਥੇ। ਟਿੱਥੇ ਨੂੰ ਕਿੱਥੇ ਦਿੱਤਾ? ਗਿਰਜਾ ਘਰ 'ਚ। ਤਾਂ ਯਾਦ ਰੱਖਿਓ, ਟਿੱਥੇ ਕੀ ਸੀ? ਗਿਰਜਾ ਘਰ 'ਚ ਦਿੱਤੇ ਜਾਣ ਵਾਲਾ ਟੈਕਸ। ਸੋ ਇਹ ਟੈਕਸ ਪਾਦਰੀਆਂ ਕੋਲੇ ਜਾਂਦਾ ਸੀ। ਪ੍ਰਧਾਨ ਪਾਦਰੀ ਆਮ ਤੌਰ 'ਤੇ ਸਧਾਰਨ ਪਾਦਰੀਆਂ ਦਾ ਅਪਮਾਨ ਕਰਦੇ ਸਨ। ਬੇਟਾ ਇਹ ਹਿਊਮਨ ਬੀਇੰਗ ਦੇ ਵਿੱਚ ਇੱਕ ਨੇਚਰ ਹੈ, ਜਿਹੜਾ ਉੱਚਾ ਹੋਈ ਜਾਂਦਾ ਉਹ ਨੀਵੇਂ ਬੰਦਿਆਂ ਨੂੰ ਹੋਰ ਨੀਵਾਂ ਕਰਨ ਦੀ ਕੋਸ਼ਿਸ਼ ਕਰਦਾ, ਜਾਂ ਆਪਣੇ ਆਪ ਨੂੰ ਉੱਚਾ ਦਿਖਾਉਣ ਦੀ ਕੋਸ਼ਿਸ਼ ਕਰਦਾ। ਸੋ ਉਸ ਸਮੇਂ ਉਹ ਇਹਨਾਂ ਵਰਗ ਦੇ ਵਿੱਚ ਵੀ, ਪਾਦਰੀ ਵਰਗ ਦੇ ਵਿੱਚ ਵੀ ਪਾਇਆ ਜਾਂਦਾ। ਜਿਹੜੇ ਅੱਪਰ ਕੈਟਾਗਰੀ ਦੇ ਪਾਦਰੀ ਹੁੰਦੇ ਸੀ, ਛੋਟੇ ਪਾਦਰੀਆਂ ਨੂੰ ਨੀਵਾਂ ਦਿਖਾਉਂਦੇ ਸੀ, ਉਹਨਾਂ ਦੀ ਬੇਇੱਜ਼ਤੀਆਂ ਵਗੈਰਾ ਕਰਦੇ ਸੀ। ਆਪ ਉਹ ਐਸ਼ੋ ਆਰਾਮ ਵਾਲਾ ਜੀਵਨ, ਉਹੀ ਰਾਜੇ ਮਹਾਰਾਜਿਆਂ ਵਾਂਗੂ, ਜਿਵੇਂ ਉਹਨਾਂ ਨੂੰ ਧਨ ਦੌਲਤ ਆਪ ਤੱਕ ਕਮਾਉਣੀ ਨਹੀਂ ਪੈਂਦੀ ਸੀ, ਲੋਕਾਂ ਤੋਂ ਇਕੱਤਰ ਕੀਤੀ ਉਹਨਾਂ ਨੂੰ ਮਿਲ ਜਾਂਦੀ ਸੀ, ਕੰਮ ਕਰਨ ਦੀ ਲੋੜ ਨਹੀਂ ਸੀ ਪੈਂਦੀ, ਸਿਰਫ ਗਿਰਜਾਘਰ ਦੇ ਵਿੱਚ ਬੈਠਣਾ ਹੁੰਦਾ ਸੀ। ਸੋ ਐਸ਼ੋ ਆਰਾਮ ਵਾਲਾ ਜੀਵਨ ਬਤੀਤ ਕਰਦੇ ਸੀ। ਸਧਾਰਨ ਪਾਦਰੀ ਈਸਾਈ ਮੱਠਾਂ ਵਿੱਚ ਰਹਿੰਦੇ ਸੀ। ਜਿਹੜੇ ਛੋਟੇ ਪਾਦਰੀ ਵਿਚਾਰੇ, ਉਹ ਈਸਾਈ ਮੱਠਾਂ ਦੇ ਵਿੱਚ ਛੋਟੇ ਛੋਟੇ ਥਾਵਾਂ ਦੇ ਉੱਤੇ ਜਾ ਕੇ ਰਹਿੰਦੇ ਸੀ। ਸਧਾਰਨ ਪਾਦਰੀਆਂ ਦਾ ਜੀਵਨ ਮੁਸ਼ਕਿਲ ਭਰਿਆ ਹੁੰਦਾ ਸੀ। ਆਮ ਜਨਤਾ ਨਾਲ ਤਾਂ ਫਿਰ ਵੀ ਵਧੀਆ ਹੁੰਦਾ ਸੀ, ਬਟ ਇਹਨਾਂ ਦੇ ਕੰਪੈਰੇਟਿਵਲੀ, ਉੱਚ ਪਾਦਰੀਆਂ ਦੇ ਕੰਪੈਰੇਟਿਵਲੀ ਜਿਹੜੇ ਸਧਾਰਨ ਪਾਦਰੀ ਸੀ, ਉਹਨਾਂ ਦੇ ਜੀਵਨ ਦੇ ਵਿੱਚ ਕੁਝ ਹਾਰਡ ਸਥਿਤੀਆਂ ਸੀ। ਸੋ ਇਹ ਸੀ ਉਸ ਸਮੇਂ ਦਾ ਪਹਿਲਾ ਵਰਗ, ਜਿਹਨੂੰ ਅਸੀਂ ਪਾਦਰੀ ਵਰਗ ਬੋਲਦੇ ਹਾਂ। ਇਸ ਤੋਂ ਮਗਰੋਂ ਆ ਗਿਆ ਬੇਟਾ ਦੂਸਰਾ ਵਰਗ, ਕੁਲੀਨ ਵਰਗ, ਜਿਹਨੂੰ ਆਪਾਂ ਸਾਮੰਤ ਵਰਗ, ਜਿਹੜੇ ਭੂਮੀਆਂ ਦੇ ਮਾਲਕ ਹੁੰਦੇ ਸੀ, ਉਹ ਕਿਸਾਨਾਂ ਤੋਂ ਆਪਦੀਆਂ ਭੂਮੀਆਂ 'ਤੇ ਕੰਮ ਕਰਵਾਉਂਦੇ ਸੀ, ਉਸ ਨੂੰ ਅਸੀਂ ਦੂਸਰਾ ਵਰਗ ਦਿੱਤਾ, ਨਾਮ ਹੈ ਕੁਲੀਨ ਵਰਗ। ਇਹਦੇ ਵਿੱਚ ਰੀਸ ਲੋਕ, ਅਮੀਰ ਲੋਕ ਆਉਂਦੇ ਸੀ, ਜਿਨ੍ਹਾਂ ਨੂੰ ਇਹਨਾਂ ਨੂੰ ਵੀ ਟੈਕਸ, ਦੇਖੋ ਇਹਨਾਂ ਨੂੰ ਵੀ ਟੈਕਸ ਨਹੀਂ ਦੇਣਾ ਪੈਂਦਾ ਸੀ। ਪਹਿਲਾ ਵਰਗ ਜਿਹੜਾ ਅਸੀਂ ਕਰਕੇ ਆਏ ਹਾਂ ਪਾਦਰੀ ਵਰਗ, ਉਹਨਾਂ ਨੂੰ ਵੀ ਕੋਈ ਟੈਕਸ ਨਹੀਂ ਦੇਣਾ ਪੈਂਦਾ ਸੀ, ਇਕੱਠੇ ਕਰਨਾ ਪੈਂਦਾ ਸੀ। ਉਹ ਕੀ ਕਰਦੇ ਸੀ? ਇਕੱਠੇ, ਭਾਵ ਲੋਕਾਂ ਤੋਂ ਟੈਕਸ ਇਕੱਠਾ ਕਰਦੇ ਸੀ, ਆਪ ਕੋਈ ਨਹੀਂ ਦੇਣਾ ਸੀ। ਉਵੇਂ ਹੀ ਜਿਹੜਾ ਇਹ ਕੁਲੀਨ ਵਰਗ ਹੈ ਸਾਡਾ, ਇਹਨੇ ਵੀ ਕੋਈ ਟੈਕਸ ਟੁਕਸ ਨਹੀਂ ਦੇਣਾ ਹੁੰਦਾ ਸੀ। ਅਮੀਰ ਲੋਕ ਹੁੰਦੇ ਸੀ, ਜ਼ਮੀਨ ਜਾਇਦਾਦਾਂ ਦੇ ਮਾਲਕ ਹੁੰਦੇ ਸੀ, ਟੈਕਸ ਇਹਨਾਂ ਨੇ ਕੋਈ ਨਹੀਂ ਦੇਣਾ। ਦੇਖੋ ਕਿੱਡੀ ਵੱਡੀ, ਮੈਂ ਤੁਹਾਨੂੰ ਫਿਰ ਇੱਕੋ ਹੀ ਚੀਜ਼ ਸਮਝਾ ਰਿਹਾ, ਕਿੱਡੀ ਵੱਡੀ ਉਹ ਹੈ ਵੀ ਸਾਰਾ ਰੁਪਈਆ ਪੈਸਾ ਇਹਨਾਂ ਕੋਲੇ, ਸਾਰੀ ਇਨਕਮ ਦੇ ਸੋਰਸਿਸ ਇਹਨਾਂ ਕੋਲੇ, ਤੇ ਇਹਨਾਂ ਨੇ ਕੋਈ ਟੈਕਸ ਨਹੀਂ ਦੇਣਾ ਸਮਾਜ ਦੀ ਭਲਾਈ ਵਾਸਤੇ, ਸਗੋਂ ਸਮਾਜ ਤੋਂ ਟੈਕਸ ਲੈਣਾ। ਮਾੜਾ ਜਿਹਾ ਸੋਚੋ ਅੱਜ ਕੱਲ੍ਹ ਵੀ ਕੀ ਹੋ ਰਿਹਾ। ਥਿੰਕ ਅਬਾਊਟ ਇਟ। ਤੁਸੀਂ ਇਹਨੂੰ ਚੇਂਜ ਕਰ ਸਕਦੇ ਹੋ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਸੋਚੋ। ਇਹਨਾਂ ਲੋਕਾਂ ਨੇ ਵੀ ਤਾਂ ਪੜ੍ਹ ਲਿਖ ਕੇ ਕ੍ਰਾਂਤੀ ਕੀਤੀ ਸੀ, ਤੇ ਉਦੋਂ ਮਗਰੋਂ ਸਭ ਟੈਕਸ ਸਿਸਟਮ ਸਭ ਚੇਂਜ ਹੋ ਗਿਆ ਸੀ। ਸੋ ਕੁਲੀਨ ਵਰਗ ਦੀ ਆਪਾਂ ਜੇ ਗੱਲ ਕਰੀਏ, ਕੁਲੀਨ ਅਤੇ ਰਈਸ ਲੋਕ ਹੁੰਦੇ ਸੀ, ਬੜੇ ਅਮੀਰ ਲੋਕ ਹੁੰਦੇ ਸੀ, ਕੋਈ ਕਰ, ਕੋਈ ਟੈਕਸ ਨਹੀਂ ਸੀ ਦਿੰਦੇ। ਕਿਉਂ ਦੇਣ ਵੀ? ਅਮੀਰ ਲੋਕ ਨੇ, ਸਿੱਧਾ ਸੱਤਾ ਨਾਲ, ਸਿੱਧਾ ਰਾਜਿਆਂ ਨਾਲ ਸਿੱਧੀ ਬਣਦੀ ਸੀ, ਉੱਥੇ ਕੰਮਕਾਰ ਸੀ ਇਹਨਾਂ ਦਾ, ਇਹਨਾਂ ਨੇ ਟੈਕਸ ਦੇਣ ਦੀ ਕੀ ਲੋੜ ਸੀ? ਭੂਮੀਆਂ ਰਾਹੀਂ ਧਨ ਇਕੱਠਾ ਕਰਦੇ ਸੀ। ਨੈਚੁਰਲੀ ਗੱਲ ਹੈ, ਭੂਮੀਆਂ ਦੇ ਮਾਲਕ ਹੁੰਦੇ ਸੀ, ਉੱਥੇ ਕਿਸਾਨਾਂ ਤੋਂ ਕੰਮ ਕਰਵਾਉਂਦੇ ਸੀ, ਮਜ਼ਦੂਰਾਂ ਤੋਂ ਕੰਮ ਕਰਵਾਉਂਦੇ ਸੀ, ਉਹਨਾਂ ਦੀ ਦਿਹਾੜੀ ਦੇ ਵਿੱਚ ਉਹਨੂੰ ਦਿਹਾੜੀ ਥੋੜ੍ਹੀ ਦਿੰਦੇ ਸੀ, ਲੇਬਰ ਵੱਧ ਲੈਂਦੇ ਸੀ, ਧਨ ਇਕੱਠਾ ਕਰਦੇ ਸੀ। ਕੁੱਲ ਫਰਾਂਸੀਸੀ ਆਬਾਦੀ ਦਾ 2% ਸਨ। ਕੁੱਲ ਜਿਹੜੀ ਪਾਪੂਲੇਸ਼ਨ ਸੀ ਬੇਟਾ, ਉਹਦਾ ਇਹ 2% ਕਿਹੜਾ ਵਰਗ ਸੀ? ਕੁਲੀਨ ਵਰਗ ਸੀ। ਪਰ ਇਹਨਾਂ ਕੋਲੇ ਦੇਸ਼ ਦੀ ਕੁੱਲ ਭੂਮੀ ਦਾ 30% ਦੇ ਮਾਲਕ, ਇਹ 30% ਦੇ ਜ਼ਮੀਨ ਇਹਨਾਂ ਕੋਲੇ ਹੁੰਦੀ ਸੀ, ਜਿੰਨੀ ਉਸ ਸਮੇਂ ਫਰਾਂਸ ਦੀ ਜ਼ਮੀਨ ਸੀ। ਸੋ ਇਹ ਇਸ ਤਰ੍ਹਾਂ ਆਪਣੀ ਜ਼ਮੀਨ ਦੇ ਸਿਰ ਦੇ ਉੱਤੇ ਲੋਕਾਂ ਤੋਂ ਧਨ ਦੌਲਤ ਇਕੱਠਾ ਕਰਦੇ ਸੀ, ਉੱਥੋਂ ਦੇ ਮਜ਼ਦੂਰਾਂ ਤੋਂ ਧਨ ਦੌਲਤ ਇਕੱਠਾ ਕਰਦੇ ਸੀ, ਬੜਾ ਹੀ ਐਸ਼ੋ ਆਰਾਮ ਦਾ ਜੀਵਨ ਇਹ ਵੀ ਬਤੀਤ ਕਰਦੇ ਸੀ। ਦੇਖੋ ਪਹਿਲਾ ਵਰਗ ਪਾਦਰੀਆਂ ਦਾ, ਉਹ ਵੀ ਮੌਜਾਂ ਕਰਦੇ ਸੀ। ਦੂਸਰਾ ਵਰਗ ਕੁਲੀਨ ਵਰਗ, ਅਮੀਰ ਲੋਕਾਂ ਦਾ ਵਰਗ, ਇਹਨਾਂ ਨੇ ਵੀ ਭਾਈ ਸਮਾਜ ਦੇ ਵਿੱਚ ਉਸ ਸਮੇਂ ਦੇ ਵਿੱਚ ਮੌਜਾਂ ਹੀ ਕੀਤੀਆਂ ਨੇ। ਹੁਣ ਆ ਗਿਆ ਦਿਹਾੜੀਦਾਰ ਵਿਚਾਰਿਆਂ ਦਾ ਤੀਜਾ ਵਰਗ। ਦੇਖੋ ਹਾਲਤ, ਦੇਖੋ ਸਾਰਾ ਟੈਕਸਾਂ ਦਾ ਬੋਝ ਕਿਹਦੇ ਤੇ ਹੈ? ਇਹ ਆਮ ਜਨਤਾ ਦੇ ਉੱਤੇ ਹੈ, ਆਮ ਲੋਕਾਂ ਦੇ ਉੱਤੇ ਹੈ, ਆਮ ਮਜ਼ਦੂਰਾਂ ਦੇ ਉੱਤੇ ਹੈ। ਆਹ ਦੇਖੋ ਪਹਿਲਾ ਤੇ ਵਰਗ, ਦੂਸਰਾ ਵਰਗ ਕਿਹਦੇ ਸਿਰ ਤੇ ਚੜਿਆ ਹੋਇਆ ਹੈ? ਆਮ ਕਿਸਾਨ ਮਜ਼ਦੂਰ, ਹੈ ਕਿਸਾਨਾਂ ਦੇ ਸਿਰ ਤੇ, ਮਜ਼ਦੂਰਾਂ ਦੇ ਸਿਰ ਤੇ, ਦਿਹਾੜੀਦਾਰਾਂ ਦੇ ਸਿਰ ਤੇ, ਕਾਮਿਆਂ ਦੇ ਸਿਰ ਦੇ ਉੱਤੇ, ਨੌਕਰੀ ਪੇਸ਼ਾ ਲੋਕਾਂ ਦੇ ਸਿਰ ਦੇ ਉੱਤੇ ਇਹ ਚੜੇ ਹੋਏ ਨੇ। ਉਰੇ ਵੀ ਦੇਖੋ ਕਿਹਦਾ ਕਚੂੰਬਰ ਕੱਢਿਆ ਦਿਖਾਇਆ ਗਿਆ। ਦੇਖੋ ਰੇਹੜੀ ਵਾਲੇ ਬੰਦੇ ਦੀ ਰੇਹੜੀ ਸਿੱਟੀ ਪਈ ਹੈ, ਥੱਲੇ ਦੱਬਿਆ ਪਿਆ ਪੱਥਰ ਦਾ ਭਾਰ। ਫਿਰ ਦੂਜਾ ਵਰਗ ਆ, ਪਹਿਲਾ ਵਰਗ ਕਿਹਦੇ ਸਿਰ ਤੇ ਖੜਾ ਹੈ? ਤੀਸਰੇ ਵਰਗ ਨੂੰ ਦਬੋਚਿਆ ਹੋਇਆ। ਭਾਵ ਇਹਨਾਂ ਨੇ ਕੀ ਕੀਤਾ ਵਾ ਸੀ, ਅਸੀਂ ਵੀ ਸਮਾਜ ਦੇ ਵਿੱਚ ਦੇਖਦੇ ਹਾਂ ਵੀ ਇੱਕੋ ਹੀ ਵਰਗ ਪੀਸਿਆ ਜਾ ਰਿਹਾ, ਨੀਵਾਂ ਵਰਗ ਪੀਸਿਆ ਜਾ ਰਿਹਾ। ਉਹੀ ਬੇਟਾ ਉਸ ਸਮੇਂ ਫਰਾਂਸ ਦੇ ਵਿੱਚ ਹੋ ਰਿਹਾ ਸੀ। ਤੀਸਰੇ ਵਰਗ ਨੂੰ ਬਹੁਤ ਬੁਰੀ ਸਥਿਤੀ ਸੀ ਉਹਦੀ, ਸਿਰਫ ਅਤੇ ਸਿਰਫ ਉਹਦਾ ਕਹਿੰਦੇ ਵੀ ਖੂਨ ਚੂਸਣ ਵਾਲਾ ਕੰਮ ਵੀ ਹੋਇਆ ਪਿਆ ਸੀ। ਇਹ ਸੀ ਤੀਸਰਾ ਵਰਗ, ਜਿਹਦੀ ਸਥਿਤੀ ਇੰਨੀ। ਹੁਣ ਆ ਗਿਆ ਬੇਟਾ ਤੀਸਰਾ ਵਰਗ ਜਾਂ ਸਧਾਰਨ ਵਰਗ। ਇਹ ਬੇਟਾ ਕੁੱਲ ਜਨਸੰਖਿਆ ਦਾ 97% ਹੁੰਦਾ ਸੀ। ਦੇਖੋ ਐਡੀ ਵੱਡੀ ਪਾਪੂਲੇਸ਼ਨ, 97% ਪਾਪੂਲੇਸ਼ਨ, ਬਾਕੀ 3% ਪਾਪੂਲੇਸ਼ਨ ਦੇ ਅਧੀਨ ਕੰਮ ਕਰ ਰਹੀ ਹੈ। ਕਾਰਨ ਕੀ ਸੀ? ਯੂਨਿਟੀ ਨਹੀਂ ਸੀ, ਏਕਤਾ ਨਹੀਂ ਸੀ, ਕੌਨਫੀਡੈਂਸ ਨਹੀਂ ਸੀ, ਪੜ੍ਹੇ ਲਿਖੇ ਨਹੀਂ ਸੀ, ਸਮਾਜਿਕ ਸ਼ੋਸ਼ਣ ਇੰਨਾ ਜ਼ਿਆਦਾ ਹੁੰਦਾ ਸੀ, ਆਰਥਿਕ ਸਥਿਤੀਆਂ ਇਹਨਾਂ ਦੀ ਇੰਨੀ ਜ਼ਿਆਦਾ ਮਾੜੀਆਂ ਸੀ ਵੀ ਇਹਨਾਂ ਨੂੰ ਹਰ ਇੱਕ ਥਾਂ ਦੇ ਉੱਤੇ ਪਿੱਛੇ ਹੋ ਕੇ
ਚੱਲਣਾ ਪੈਂਦਾ ਸੀ। ਇਸ ਵਰਗ ਨੂੰ ਅਸਮਾਨਤਾ ਅਤੇ ਸਮਾਜਿਕ ਤੌਰ 'ਤੇ, ਆਰਥਿਕ ਤੌਰ 'ਤੇ ਪਿਛੜੇਪਨ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਸ਼੍ਰੇਣੀ ਵਿੱਚ ਇਕਰੂਪਤਾ ਨਹੀਂ ਪਾਈ ਜਾਂਦੀ ਸੀ, ਇਕੁਐਲਿਟੀਜ਼ ਨਹੀਂ ਪਾਈਆਂ ਜਾਂਦੀਆਂ ਸੀ। ਇਸ ਵਿੱਚ ਅਮੀਰ, ਵਪਾਰੀ, ਅਦਾਲਤੀ ਤੇ ਕਾਨੂੰਨੀ ਅਧਿਕਾਰੀਆਂ ਤੇ ਸ਼ਾਹੂਕਾਰਾਂ ਦੇ ਕੁਝ ਸ਼ਾਹੂਕਾਰ ਵਗੈਰਾ ਵੀ ਇਹਦੇ ਵਿੱਚ ਆਉਂਦੇ ਸੀ। ਇਸ ਤੋਂ ਇਲਾਵਾ ਕਿਸਾਨ, ਕਾਰੀਗਰ, ਛੋਟੇ ਕਾਸ਼ਤਕਾਰ, ਭੂਮੀ ਰਹਿਤ ਮਜ਼ਦੂਰ ਅਤੇ ਨੌਕਰ, ਇਹ ਸਾਰੇ ਇਸ ਵਰਗ ਦੇ ਵਿੱਚ ਆਉਂਦੇ ਸੀ, ਜਿਹੜੇ ਅਕਸਰ ਜ਼ਿਆਦਾਤਰ ਅਨਪੜ੍ਹ ਹੁੰਦੇ ਸੀ, ਜਿਨ੍ਹਾਂ ਨੂੰ ਕੋਈ ਬਹੁਤਾ ਗਿਆਨ ਨਹੀਂ ਸੀ ਹੁੰਦਾ, ਸਿਰਫ ਇੱਕ ਲੇਬਰ ਦਾ ਕੰਮ ਕਰਦੇ ਰਹਿੰਦੇ ਸੀ, ਜਿਹਦੇ ਕਰਕੇ ਇਹਨਾਂ ਦੀ ਸਥਿਤੀ ਬਹੁਤ ਜ਼ਿਆਦਾ ਮਾੜੀ ਸੀ। ਤੇ ਇਸ ਸਮਾਜ ਦੇ ਵਿੱਚ ਸਭ ਤੋਂ ਵੱਧ ਟੈਕਸ ਵੀ ਇਹਨਾਂ ਤੋਂ ਹੀ ਪ੍ਰਾਪਤ ਕੀਤਾ ਜਾਂਦਾ ਸੀ। ਇਹਨਾਂ ਦੇ ਉੱਤੇ ਹੀ ਸਾਰੇ ਟੈਕਸਾਂ ਦਾ ਬੋਝ ਪਾਇਆ ਜਾਂਦਾ ਸੀ। ਉੱਪਰਲੇ ਦੋਨੇ ਵਰਗ ਇਹਨਾਂ ਦੀ ਮਿਹਨਤ ਦੇ ਉੱਤੇ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਸੀ। ਸੋ ਇਸ ਤਰ੍ਹਾਂ ਜਿਹੜਾ ਇਹ ਤੀਸਰਾ ਵਰਗ ਸੀ, ਇਹ ਬਹੁਤ ਦਬਿਆ ਹੋਇਆ ਵਰਗ ਸੀ। ਇਹਨਾਂ ਦੀ ਸਥਿਤੀ ਬਹੁਤ ਜ਼ਿਆਦਾ ਮਾੜੀ ਹੋਈ ਵੀ ਸੀ। ਸੋ ਇਹਨਾਂ ਦੇ ਮਨ ਦੇ ਵਿੱਚ ਵੀ ਇਹੀ ਆਇਆ ਵੀ ਸਾਡੀ ਸਥਿਤੀ ਪਹਿਲਾਂ ਹੀ ਇੰਨੀ ਮਾੜੀ ਹੈ, ਹੋਰ ਇਦੋਂ ਮਾੜੀ ਕੀ ਹੋਊਗੀ। ਸੋ ਇਹਨਾਂ ਨੂੰ ਰਾਜਤੰਤਰ ਦਾ, ਉਸ ਸਮੇਂ ਦੇ ਰਾਜਿਆਂ ਦਾ ਵਿਰੋਧ ਮਜਬੂਰੀ ਵਸ਼ ਕਰਨਾ ਹੀ ਪਿਆ, ਆਪਣੇ ਆਪ ਨੂੰ ਜਿਉਂਦੇ ਰੱਖਣ ਵਾਸਤੇ। ਸੋ ਹੁਣ ਤੱਕ ਅਸੀਂ ਦੇਖਿਆ ਵੀ ਨਿਰੰਕੁਸ਼ ਰਾਜਤੰਤਰ ਸੀ, ਮਨਮਰਜ਼ੀ ਕਰਦੇ ਸੀ। ਅਯੋਗ ਸ਼ਾਸਕ ਸੀ ਜਿਹੜੇ, ਉਹ ਵਿਲਾਸਮਈ ਜੀਵਨ ਬਤੀਤ ਕਰਨ ਲੱਗ ਗਏ। ਯੁੱਧਾਂ ਦਾ ਖਰਚਾ ਹੋਇਆ, ਇੰਗਲੈਂਡ ਨਾਲ ਪੰਗਾ ਲੈ ਲਿਆ। ਫਿਰ ਇਹਨਾਂ ਨੇ ਅਮਰੀਕਾ ਦੇ, ਜਦੋਂ ਇੰਗਲੈਂਡ ਤੇ ਅਮਰੀਕਾ ਦਾ ਅਮਰੀਕਨ ਕ੍ਰਾਂਤੀ ਹੋਈ, ਉਹਦੇ ਵਿੱਚ ਅਮਰੀਕਾ ਦਾ ਸਾਥ ਦਿੱਤਾ। ਅਮਰੀਕਾ ਜਿੱਤ ਗਿਆ, ਇਹਨਾਂ ਨੂੰ ਕੁਝ ਨਹੀਂ ਮਿਲਿਆ। ਇਹਨਾਂ ਨੇ ਆਪਦੇ ਸਿਰ ਵਾਧੂ ਦਾ ਕਰਜ਼ਾ ਚੜਾ ਲਿਆ। ਯੁੱਧ ਦੇ ਵਿੱਚ ਖਰਚਾ ਤਾਂ ਹੋਊਗਾ ਨਾ। ਸਮਾਜ ਵਿੱਚ ਆਮ ਵਰਗ ਦੇ ਲੋਕਾਂ ਦੀ ਸਥਿਤੀ ਦਾ ਦਿਨ ਬਰ ਦਿਨ ਖਰਾਬ ਹੋ ਜਾਣਾ। ਜਿਹੜਾ ਤੀਸਰਾ ਵਰਗ ਸੀ, ਆਮ ਵਰਗ ਸੀ, ਉਹਦੀ ਸਥਿਤੀ ਬੜਾ ਡੇ ਬਾਈ ਡੇ ਮਾੜੀ ਹੁੰਦੀ ਸੀ। ਇਸ ਨੇ ਫਰਾਂਸੀਸੀ ਕ੍ਰਾਂਤੀ ਦੇ ਵਿੱਚ ਅਹਿਮ ਯੋਗਦਾਨ ਪਾਇਆ। ਸੋ ਇਸ ਤਰ੍ਹਾਂ ਫਰਾਂਸੀਸੀ ਕ੍ਰਾਂਤੀ ਹੋਈ। ਇਹਨਾਂ ਲੋਕਾਂ ਨੇ ਅੱਕ ਕੇ ਫਰਾਂਸੀਸੀ ਕ੍ਰਾਂਤੀ ਕੀਤੀ। ਇਹਨਾਂ ਦੋ ਰਾਜਨੀਤਿਕ ਅਤੇ ਸਮਾਜਿਕ ਕਾਰਨਾਂ ਤੋਂ ਬਿਨਾਂ ਵੀ ਬੇਟਾ ਹੋਰ ਕਈ ਕਾਰਨ ਨੇ, ਜਿਹੜੇ ਆਪਾਂ ਅਗਲੇ ਵੀਡੀਓ ਵਿੱਚ ਪੜ੍ਹਾਂਗੇ। ਤੁਸੀਂ ਇਹਨੂੰ ਇੱਕ ਵਾਰ ਦੁਬਾਰਾ ਰਿਵਾਈਜ਼ ਕਰ ਲੈਣਾ। ਸੋ ਇਸ ਨੂੰ ਧਿਆਨ ਨਾਲ ਸਮਝ ਲੈਣਾ, ਤੇ ਆਪਾਂ ਅਗਲੇ ਪਾਰਟ ਦੇ ਵਿੱਚ ਨੈਕਸਟ ਦੇ ਹੋਰ ਜਿਹੜੇ ਕੁਝ ਰੀਜ਼ਨ ਸੀਗੇ ਉਹਨਾਂ ਨੂੰ ਪੜ੍ਹਾਂਗੇ। ਸੋ ਇੰਨਾ ਲੰਬਾ ਸਮਾਂ ਤੁਸੀਂ ਇਸ ਵੀਡੀਓ ਨੂੰ ਸੁਣਿਆ ਤੇ ਮੇਰੇ ਨਾਲ ਬਣੇ ਰਹੇ। ਥੈਂਕਸ ਟੂ ਆਲ ਆਫ ਯੂ। ਪਲੀਜ਼ ਟੇਕ ਕੇਅਰ ਆਫ ਯੋਰਸੈਲਫ। ਥੈਂਕ ਯੂ ਵੈਰੀ ਮਚ।